ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਰਾਮਕਲੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 885 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਦਰਜ ਹੈ। ਰਾਮਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਦਾ ਨਾਮ, ਮਹੱਲਾ ਪੰਜਵਾ ਤੋਂ ਭਾਵ ਪੰਚਮ ਪਾਤਸ਼ਾਹ ਦੀ ਬਾਣੀ ਆ। ਗੁਰੂ ਅਰਜਨ ਦੇਵ ਜੀ ਦਾ ਇਹ ਹੁਕਮ ਹੈ। ਪਵਨੈ ਮਹਿ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, रोवण हारे की कवन टेक। कौन मुआ रे कौन मुआ, ब्रह्म ज्ञानी मिल करो विचारा। एहे तो चलत पया, ब्रह्म ज्ञानी मिल करो विचारा। एहे तो चलत पया। ਗੁਰੂ ਅਰਜਨ ਦੇਵ ਜੀ ਕਹਿੰਦੇ, ਜਦੋਂ ਜੀਵ ਆਤਮਾ ਤੇ ਸਰੀਰ ਦਾ ਵਿਛੋੜਾ ਪੈਂਦਾ, ਮੌਤ ਰੂਪੀ ਲਾੜਾ ਜਿੰਦ ਨੂੰ ਜਦੋਂ ਵਿਆਹੁਣ ਆਉਂਦਾ, ਪਵਨੈ ਮੈਂ ਪਵਨ ਸਮਾਇਆ। ਸਰੀਰ ਪੰਜਾਂ ਤੱਤਾਂ ਦਾ ਬਣਿਆ ਹੁੰਦਾ, ਹਵਾ, ਪਾਣੀ, ਮਿੱਟੀ, ਅਗਨੀ, ਆਕਾਸ਼। ਉਹਦੇ ਵਿੱਚੋਂ ਜਿਹੜਾ ਪਵਨ ਤੱਤ ਆ, ਉਹ ਪਵਨ 'ਚ ਸਮਾ ਜਾਂਦਾ। ਹਵਾ ਜਿਹੜੀ ਹੈ ਉਹ ਹਵਾ 'ਚ ਸਮਾ ਜਾਂਦੀ ਆ। ਜੋਤੀ ਮਹਿ ਜੋਤ ਰਲ ਜਾਇਆ, ਜਿਹੜੀ ਜੋਤ ਹੁੰਦੀ ਆ ਉਹ ਜੋਤ ਵਿੱਚ ਜਾ ਕੇ ਰਲ ਜਾਂਦੀ ਆ। ਮਾਟੀ ਮਾਟੀ ਹੋਈ ਏਕ, ਮਿੱਟੀ ਮਿੱਟੀ ਵਿੱਚ ਰਲ ਕੇ ਉਹਦਾ ਹੀ ਰੂਪ ਹੋ ਜਾਂਦੀ ਆ। ਰੋਵਣ ਹਾਰੇ ਕੀ ਕਵਨ ਟੇਕ। ਇਸ ਪ੍ਰਕਾਰ ਜਿਹੜਾ ਰੋਣ ਵਾਲਾ ਹੈ, ਪਿੱਛੇ ਜਿਹੜੇ ਲੋਕ ਰੋਂਦੇ ਨੇ, ਉਹ ਅਸਲ ਗੱਲ ਨੂੰ ਨਹੀਂ ਜਾਣਦੇ। ਅਗਾਂਹ ਕੀ ਹੋਣਾ, ਕੀ ਵਾਪਰਨਾ, ਇਸ ਗੱਲ ਦਾ ਉਹਨਾਂ ਨੂੰ ਬਿਲਕੁਲ ਵੀ ਬੋਧ ਨਹੀਂ ਕਿ ਇਹ ਮੌਤ ਨਹੀਂ, ਇਹ ਇੱਕ ਆਤਮਾ ਜਿਹੜੀ ਆ ਉਹ ਨਵਾਂ ਸਰੀਰ ਲੱਭਣ ਵਾਸਤੇ ਅੱਗੇ ਤੁਰ ਪਈ ਆ। ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਪੇ ਊਠ ਸਦਾਈ। ਕੌਣ ਮੁਆਰੇ ਕੌਣ ਮੁਆ, ब्रह्म ज्ञानी मिल करो विचारा। एह तो चलत पया। कौन मर गया है, कौन मुआ रे कौन मुआ। कोई भी नहीं मरिया। किसे रब दे प्यारे नाल मिल के, जिन्हों आत्मक सूझ आ, जिहदे ढिड दे विच भी ज्ञान है, चानण है, ਜਿਹਦੇ ਸਿਰ ਦੇ ਵਿੱਚ ਵੀ ਗਿਆਨ ਦੀ ਬੱਤੀ ਜਗਦੀ ਆ, ਐਸਾ ਬ੍ਰਹਮ ਗਿਆਨੀ, ਉਹਦੇ ਨਾਲ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਪਿਆ। ਉਹਦੇ ਨਾਲ ਮਿਲ ਕੇ ਬੈਠਾਂਗੇ, ਵਿਚਾਰ ਕਰਾਂਗੇ, ਫਿਰ ਪਤਾ ਲੱਗੇਗਾ ਕਿ ਇਹ ਤਮਾਸ਼ਾ ਹੈ ਜਿਹੜਾ ਵਾਹਿਗੁਰੂ ਦਾ ਨਿਯਮ ਆ। ਉਹਦੇ ਵਿੱਚ ਬਹੁਤ ਜੀਵ ਆਉਂਦੇ ਨੇ, ਬਹੁਤ ਚਲੇ ਜਾਂਦੇ ਨੇ। ਅਸਲ ਦੇ ਵਿੱਚ ਮਰਦਾ ਨਹੀਂ ਕੋਈ। ਆਤਮਾ ਜਿਹੜੀ ਆ ਹੋਰ ਸਰੀਰ ਲੱਭਣ ਜਾਂਦੀ ਆ, ਆਤਮਾ ਕਦੇ ਮਰਦੀ ਨਹੀਂ। ਕੌਣ ਮੁਆ ਰੇ ਕੌਣ ਮੁਆ, ब्रह्म ज्ञानी मिल करो विचारा
ਇਹ ਤੋ ਚਲਤ ਭਇਆ। ਕਿਸੇ ਰੱਬ ਦੇ ਪਿਆਰੇ ਨਾਲ ਮਿਲ ਕੇ ਇਸ ਗੱਲ ਤੇ ਵਿਚਾਰ ਕਰੋ ਕਿ ਆਤਮਾ ਤਾਂ ਕਦੇ ਮਰਦੀ ਨਹੀਂ। ਸਰੀਰ ਇੱਥੇ ਪਿਆ ਰਹਿ ਜਾਂਦਾ, ਪਵਨ ਦੇ ਵਿੱਚ ਪਵਨ ਮਿਲ ਜਾਂਦੀ ਆ, ਆਕਾਸ਼ ਦੇ ਵਿੱਚ ਆਕਾਸ਼ ਮਿਲ ਜਾਂਦਾ, ਮਿੱਟੀ ਵਿੱਚ ਮਿੱਟੀ ਮਿਲ ਜਾਂਦੀ ਹੈ, ਅਗਨੀ ਵਿੱਚ ਅਗਨੀ ਮਿਲ ਜਾਂਦੀ ਆ। ਇਸ ਪ੍ਰਕਾਰ ਹੀ ਗੁਰੂ ਮਹਾਰਾਜ ਕਹਿ ਰਹੇ ਨੇ, ਆਤਮਾਵਾਂ ਸਰੀਰ ਲੱਭਣ ਤੁਰਦੀਆਂ ਨੇ ਹੋਰ ਚੋਲਾ। ਸਰੀਰ ਬੜੇ ਕੰਮ ਦੀ ਚੀਜ਼ ਹੈ। ਜਦੋਂ ਹੀ ਆਤਮਾ ਇਹ ਤੋਂ ਵਿਛੜ ਜਾਂਦੀ ਆ, ਉਦੋਂ ਹੀ ਉਹ ਹੋਰ ਸਰੀਰ ਦਾ ਚੋਲਾ ਲੱਭਣ ਲਈ ਅੱਗੇ ਤੁਰ ਪੈਂਦੀ ਹੈ। ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹੀ ਕੋ ਸਿਮਰੇ ਦੇਵ। ਇਸ ਦੇਹੀ ਨੂੰ ਲੋਚਦੇ ਨੇ ਦੇਵਤੇ। ਰੂਹਾਂ ਲੱਭਦੀਆਂ ਨੇ ਸਰੀਰ, ਭਾਲਦੀਆਂ ਨੇ ਸੰਗਤ। ਇਸ ਕਰਕੇ ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਬ੍ਰਹਮ ਗਿਆਨੀ ਕਿਸੇ ਰੱਬ ਦੇ ਪਿਆਰੇ ਦੇ ਨਾਲ ਜਿਹੜਾ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਭੁਗਤ ਜੁਗਤ ਕਾ ਦਾਤਾ। ਗੁਰੂ ਕੋਲ ਬੈਠ ਕੇ ਵਿਚਾਰ ਕਰੀਏ, ਇਹ ਤਾਂ ਚਲਤ ਭਇਆ। ਇਹ ਤਮਾਸ਼ਾ ਹੈ। ਆਤਮਾ ਕਦੇ ਮਰਦੀ ਨਹੀਂ। ਸਰੀਰ ਤੇ ਆਤਮਾ ਦਾ ਸਿਰਫ ਵਿਛੋੜਾ ਹੁੰਦਾ, ਜਿਹੜੀ ਅੱਗੇ ਜਾ ਕੇ ਹੋਰ ਚੋਲੇ ਨੂੰ ਧਾਰਨ ਕਰ ਲੈਂਦੀ ਆ। ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਪੇ ਊਠ ਸਦਾਈ। ਇਸ ਕਰਕੇ ਜਿਹੜੇ ਪ੍ਰਾਣੀ ਰੋਂਦੇ ਹਨ ਕਿਸੇ ਜੀਵ ਦੀ ਯਾਦ ਵਿੱਚ, ਵਿਜੋਗ ਦੇ ਵਿਛੋੜੇ ਵਿੱਚ, ਉਹ ਆਪ ਵੀ ਇੱਕ ਦਿਨ ਚਲੇ ਜਾਣਗੇ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਹੇ। ਜਿਨੀ ਸਤਿਗੁਰੂ ਨਾ ਸੇਵਿਓ, ਸੇ ਆਏ ਗਏ ਪਛਤਾਏ। ਇੱਕ ਸੱਜਣ ਜਾ ਚੁੱਕੇ ਨੇ, ਇੱਕ ਜਾ ਰਹੇ ਨੇ, ਰਹਿੰਦੇ ਭੀ ਫੁਨ ਜਾਹੇ। ਜਿਹੜੇ ਇੱਥੇ ਰਹਿ ਰਹੇ ਨੇ ਉਹ ਵੀ ਇੱਕ ਦਿਨ ਚਲੇ ਜਾਣਗੇ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਿਲ ਚਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਇਵੇਂ ਰੋਵਣ ਹਾਰ ਪੇ ਊਠ ਸਦਾਈ। ਜਿਹੜਾ ਰੋਵਣ ਹਾਰ ਆ, ਕਿਸੇ ਦੇ ਮਰਨ ਪਿੱਛੇ ਰੋ ਰਿਹਾ, ਉਹਨੇ ਵੀ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਣ ਜੀਜੈ। ਜਿਹੜੇ ਰੋ ਰਹੇ ਹੁੰਦੇ ਨੇ ਕਿਸੇ ਸਰੀਰ ਦਾ ਅੰਤਮ ਸੰਸਕਾਰ ਹੋ ਕੇ ਉਦੋਂ ਬਾਅਦ ਉਹਦੇ ਵਿਜੋਗ 'ਚ ਉਹ ਵੀ ਨਹੀਂ ਰਹਿਣਗੇ। ਕਾਰਨ ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਇਹ ਤਾਂ ਰਚਨਾ ਰਚੀ ਹੈ ਕਰਤਾਰ ਦੀ, ਉਹਦੇ ਹੁਕਮ ਦੇ ਵਿੱਚ ਅਨੇਕਾਂ ਹੀ ਜੀਵ ਆਉਂਦੇ ਨੇ, ਕਰੋੜਾਂ ਹੀ ਬੱਚੇ ਜਨਮ ਲੈ ਰਹੇ ਨੇ, ਤੇ ਬਹੁਤ ਸਾਰੇ ਲੋਕ ਕਬਰਾਂ 'ਚ ਜਾ ਕੇ ਸੌਂ ਰਹੇ ਨੇ, ਸ਼ਮਸ਼ਾਨ ਘਾਟ 'ਚ ਜਲਾਏ ਜਾ ਰਹੇ ਨੇ, ਤਾਬੂਤ ਵਿੱਚ ਪਾ ਕੇ ਦਫਨ ਕੀਤੇ ਜਾ ਰਹੇ ਨੇ। ਭਰਮ ਮੋਹ ਕੇ ਬਾਂਧੇ ਬੰਦ, ਸੁਪਨ ਭਇਆ ਪਖਲਾਏ ਹਨ। ਇਸ ਕਰਕੇ ਸੁਪਨਾ ਇਹੋ ਸੰਸਾਰ ਹੈ। ਛੱਡ ਖਾਇਸ਼ਾਂ ਜਗ ਜਹਾਨ ਕੂੜਾ, ਆਸਾ ਵਿੱਚ ਅਤ ਦੁੱਖ ਘਣਾ, ਮਨ ਮੁਖ ਚਿਤ ਲਾਇਆ। ਜਿਵੇਂ ਸੁਪਨੇ ਦੇ ਵਿੱਚ ਅਸੀਂ ਕਈ ਵਾਰੀ ਵਡਾਉਣ ਲੱਗ ਜਾਂਦੇ ਹਾਂ
ਕਈਆਂ ਨੂੰ ਆਦਤ ਹੁੰਦੀ ਆ, ਉਹ ਮੰਨ ਲੈਂਦੇ ਨੇ ਜੋ ਦਿਖ ਰਿਹਾ ਉਹਨੂੰ ਸੱਚ, ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਬੋਲ ਵੀ ਰਹੇ ਨੇ ਜੋ ਜੋ ਸੁਪਨੇ 'ਚ ਹੋ ਰਿਹਾ। ਸੁਪਨੇ ਨੂੰ ਸੱਚ ਮੰਨ ਕੇ ਹੀ ਬੰਦਾ ਭਰਮ ਦੇ ਵਿੱਚ ਫਸਦਾ ਤੇ ਧਰਵਕ ਜਾਂਦਾ, ਡਰ ਜਾਂਦਾ। ਜਿਵੇਂ ਜਿਵੇਂ ਸੁਪਨੇ 'ਚ ਹੋਈ ਜਾਂਦਾ ਤਿਵੇਂ ਤਿਵੇਂ ਉਹਨੂੰ ਸੱਚ ਮੰਨਦਾ। ਇੱਦਾਂ ਹੀ ਇੱਕ ਖੁੱਲੀ ਅੱਖ ਦਾ ਸੁਪਨਾ, ਉਹਨੂੰ ਹੀ ਜੀਵਨ ਕਹਿੰਦੇ ਨੇ। ਇੱਕ ਬੰਦ ਅੱਖ ਦਾ ਸੁਪਨਾ, ਉਹਨੂੰ ਨੀਂਦ ਵਾਲਾ ਸੁਪਨਾ ਕਹਿੰਦੇ ਨੇ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੀਂ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਸ ਕਰਕੇ ਮਨਾ ਮੂਰਖਾ ਕੋਈ ਨਹੀਂ ਪਤਾ ਤੈਨੂੰ ਕਦੋਂ ਬੁਰਜ ਸਰੀਰ ਦਾ ਢਹਿ ਜਾਵੇ। ਕਹਿੰਦੇ ਮੱਥੇ ਤੇ ਲੇਖ ਹਨ ਬੰਦੇ ਦੇ, ਉਹਨੂੰ ਪਤਾ ਨਹੀਂ ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ। ਉਹਨੂੰ ਇਹ ਨਹੀਂ ਪਤਾ ਮੈਂ ਕਦੋਂ ਕਿੱਥੇ ਕਿਵੇਂ ਮੇਰੀ ਤਕਦੀਰ ਆ, ਕੀ ਹੋਣਾ। ਜਿੰਨਾ ਚਿਰ ਲਿਖੀ ਤਕਦੀਰ ਤੇਰੀ ਓਨਾ ਚਿਰ ਤੈਨੂੰ ਕਿਸੇ ਨੇ ਮਾਰਨਾ ਨਹੀਂ। ਜਦੋਂ ਨਾਗ ਭਾਗੀ ਨੇ ਡੰਗ ਜਾਣਾ ਜਰ ਕਿਸੇ ਹਕੀਮ ਨੇ ਤਾਰਨਾ ਨਹੀਂ। ਭਾਵੇਂ ਪਾਵੇ ਨਾਲ ਤੂੰ ਬੰਨ ਬੈਠੀ ਜਦੋਂ ਬੀਤਿਆ ਕਾਲ ਨੇ ਹਾਰਨਾ ਨਹੀਂ। ਇਕਬਾਲ ਇਸ ਗੱਲ ਦਾ ਸੱਚ ਮੰਨੀ ਧੱਫਾ ਮੌਤ ਦਾ ਕਿਸੇ ਸਹਾਰਨਾ ਨਹੀਂ। ਧੱਫਾ ਮੌਤ ਦਾ ਕਿਸੇ ਸਹਾਰਨਾ ਨਹੀਂ। ਇਸ ਕਰਕੇ ਨਾ ਸਾਡੇ ਮੱਥੇ ਤੇ ਲੇਖ ਹੁੰਦੇ ਨੇ ਜਿਨ੍ਹਾਂ ਨੂੰ ਚਾਨਣ ਦੇ ਵਿੱਚ ਵੀ ਪੜ੍ਹਿਆ ਨਹੀਂ ਜਾਂਦਾ। ਬਹੁਤ ਚੀਜ਼ਾਂ ਹਨ ਜੋ ਚਾਨਣੇ ਵੀ ਪੜ੍ਹੀਆਂ ਨਹੀਂ ਜਾਂਦੀਆਂ। ਕਿਸਮਤਾਂ ਕਿੱਥੇ ਪੜ੍ਹ ਹੁੰਦੀਆਂ ਨੇ। ਇਸ ਕਰਕੇ ਪਰਮਾਤਮਾ ਸਾਡੇ ਮੱਥੇ ਤੇ ਲੇਖ ਲਿਖਦਾ ਹੈ, ਉਹ ਚਾਨਣੇ ਵੀ ਪੜ੍ਹ ਨਹੀਂ ਹੁੰਦੇ। ਮਾਥੈ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ। ਕੋਈ ਵਿਰਲਾ ਹੀ ਇਹਨਾਂ ਨੂੰ ਪੜ੍ਹਦਾ ਹੈ। ਕੋਈ ਬੁੱਧ ਪੁਰਸ਼ ਹੁੰਦਾ ਜਿਹਦੇ ਸਿਰ ਵਿੱਚ ਬੱਤੀ ਜਗਦੀ ਆ, ਜਿਹਦੇ ਢਿੱਡ ਵਿੱਚ ਚਾਨਣ ਹੁੰਦਾ, ਤੇ ਉਹੀ ਪੜ੍ਹ ਪਾਉਂਦਾ ਹੈ ਮੱਥੇ ਤੇ ਲਿਖੇ ਲੇਖ। ਉਹੀ ਪੜ੍ਹ ਪਾਉਂਦਾ ਹੈ ਮੱਥੇ ਤੇ ਲਿਖੇ ਹੋਏ ਲੇਖ। ਜਿਹੜਾ ਬੁੱਧ ਹੁੰਦਾ ਹੈ, ਬੁੱਧ ਪੁਰਸ਼ ਹੁੰਦਾ, ਜਾਗਿਆ ਹੁੰਦਾ। ਇੱਥੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਸਰੀਰ ਬੜੇ ਕੰਮ ਦੀ ਚੀਜ਼ ਆ, ਆਤਮਾ ਇਹਦੀ ਮੁਥਾਜ ਆ। ਜਦੋਂ ਹੀ ਸਰੀਰ ਵਿਛੜਦਾ ਹੈ ਆਤਮਾ ਨਾਲੋਂ, ਆਤਮਾਵਾਂ ਹੋਰ ਸਰੀਰ ਲੱਭਣ ਤੁਰ ਪੈਂਦੀਆਂ ਨੇ। ਉਹਨਾਂ ਦਾ ਇਹਦੇ ਬਿਨਾਂ ਸਰਦਾ ਨਹੀਂ। ਇਸ ਕਰਕੇ ਇਸ ਦੁਨੀਆ ਵਿੱਚ ਰੂਪ ਬਦਲਦੇ ਨੇ। ਮਹਾਰਾਜ ਕਹਿੰਦੇ ਕੋਈ ਮਰਦਾ ਨਹੀਂ। ਆਤਮਾ ਚੋਲਾ ਬਦਲਦੀ ਆ, ਕੋਈ ਮਰਦਾ ਨਹੀਂ। ਆਤਮਾ ਪ੍ਰਾਣਾ ਚੋਲਾ ਛੱਡ ਕੇ ਦਿਨ ਥੋੜੜੇ ਥੱਕੇ ਭਇਆ ਪ੍ਰਾਣਾ ਚੋਲਾ। ਕੋਈ ਵੀ ਜੀਵ ਇੱਥੇ ਮਰਦਾ ਨਹੀਂ। ਕੌਣ ਮੂਆ ਰੇ ਕੌਣ ਮੂਆ, ਬਸ ਰੂਪ ਬਦਲਦੇ ਨੇ। ਉਹ ਆਤਮਾ ਹੋਰ ਗ੍ਰਹਿ 'ਚ ਪ੍ਰਵੇਸ਼ ਕਰਦੀ ਆ, ਹੋਰ ਘਰ ਵਿੱਚ ਰਹਿਣ ਲੱਗ ਜਾਂਦੀ ਆ। ਇਸ ਕਰਕੇ ਗੁਰੂ ਮਹਾਰਾਜ ਕਹਿ ਰਹੇ ਨੇ ਇਹ ਗੱਲਾਂ ਕਿਸੇ ਰੱਬ ਦੇ ਪਿਆਰੇ ਕੋਲ ਬਹਿ ਕੇ ਪਤਾ ਲੱਗਦੀਆਂ ਨੇ। ਇਹ ਤਾਂ ਚਲਤ ਭਇਆ ਕਿ ਇੱਥੇ ਕੋਈ ਮਰਦਾ ਨਹੀਂ। ਆਤਮਾ ਮਰਦੀ ਨਹੀਂ ਕਦੇ। ਆਤਮਾ ਹੋਰ ਚੋਲਾ ਲੈ ਲੈਂਦੀ ਆ ਸਰੀਰ ਦਾ। ਕਰਮੀ ਆਵੇ ਕੱਪੜਾ ਨਦਰੀ ਮੋਹ ਦੁਆਰ। ਉਹਨੂੰ ਕਰਮਾਂ ਦਾ ਕੱਪੜਾ ਮਿਲਦਾ, ਚਮੜੀ ਮਿਲਦੀ ਆ, ਚੋਲਾ ਮਿਲਦਾ, ਪਰ ਉਹ ਮਰਦੀ ਨਹੀਂ। ਇਸ ਕਰਕੇ ਬਹੁਤ ਲੋਕ ਜਿਹੜੇ ਨੇ ਰੋਂਦੇ ਨੇ ਕਿਸੇ ਜੀਵ ਦੇ ਮਰਨ ਤੋਂ ਬਾਅਦ, ਪਰ ਉਹਨਾਂ ਨੇ ਆਪ ਵੀ ਇੱਕ ਦਿਨ ਮਰ ਜਾਣਾ ਹੈ ਜੋ ਰੋ ਰਹੇ ਨੇ। ਰੋਗਣ ਹਾਰ ਪੇ ਊਠ ਸਦਾਈ, ਪਰਮ ਮੋਹ ਕੇ ਬਾਂਧੇ ਬੰਦ। ਸੁਪਨ ਭਇਆ ਪਖਲਾਏ ਅੰਧ, ਇਹ ਤੋ ਰਚਨ ਰਚਿਆ ਕਰਤਾਰ। ਆਵਤ ਜਾਵਤ ਹੁਕਮ ਅਪਾਰ। ਵਾਹਿਗੁਰੂ ਦਾ ਇੱਕ ਨਿਯਮ ਆ, ਨਿਯਮ ਹੈ, ਮਰਿਆਦਾ ਵਾ ਕਿ ਜੋ ਬਣਿਆ ਉਹ ਢਹਿਣਾ ਹੀ ਢਹਿਣਾ। ਜੋ ਉੱਗਿਆ ਇੱਕ ਨਾ ਇੱਕ ਦਿਨ ਉਹਨੇ ਡੁੱਬਣਾ ਹੀ ਡੁੱਬਣਾ। ਜੋ ਉਦੈ ਹੋਇਆ ਉਹਨੇ ਇੱਕ ਦਿਨ ਅਸਤ ਹੋਣਾ ਹੀ ਹੋਣਾ। ਨੈਕੋ ਮੂਆ
न मरने जोग, नैं बिनसै अविनाशी होग। पर आत्मा जिहड़ी आ ਉਹ ਕਦੇ ਨਹੀਂ ਮਰਦੀ, ਉਹ ਸਦਾ ਹੀ ਜਿਉਂਦੀ ਆ। ਸਰੀਰਾਂ ਦਾ ਤੇ ਆਤਮਾ ਦਾ ਵਿਛੋੜਾ ਜ਼ਰੂਰ ਹੋ ਸਕਦਾ, ਪਰ ਮਰਦਾ ਨਹੀਂ ਕੋਈ। ਨੈ ਬਿਨਸੈ ਅਬਿਨਾਸੀ ਹੋਗ, ਤੇ ਨਾ ਹੀ ਉਹ ਬਿਨਸਣ ਵਾਲਾ ਹੈ, ਨਾ ਹੀ ਗਵਾਚਣ ਵਾਲਾ ਹੈ। ਜੋ ਇਹੋ ਜਾਣੋ ਸੋ ਇਹੋ ਨਾਹੇ, ਜਾਣਨ ਹਾਰੇ ਕਉ ਜਾਓ। ਜੋ ਇਹ ਜਾਣ ਲੈਂਦਾ ਹੈ ਸੋ ਇਹਨਾਂ ਭਰਮਾਂ ਦੇ ਵਿੱਚ ਨਹੀਂ ਫਸਦਾ। ਜਾਣਨ ਹਾਰੇ ਕਉ ਬਲ ਜਾਓ। ਜਿਸਨੇ ਇਹ ਗੱਲ ਜਾਣ ਲਈ ਆ ਕਿ ਆਤਮਾ ਸਦੀਵੀ ਆ, ਕਦੇ ਮਰਦੀ ਨਹੀਂ। ਸਰੀਰ ਨਾਲੋਂ ਵਿਛੋੜਾ ਹੋ ਕੇ ਹੋਰ ਸਰੀਰ ਲੱਭਣ ਤੁਰ ਪੈਂਦੀ ਆ। ਉਹ ਤੋਂ ਮੈਂ ਸਦਕੇ ਜਾਂਦਾ ਹਾਂ, ਬਲਹਾਰੇ ਜਾਂਦਾ ਹਾਂ। ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੇ ਜਾਇਆ। ਜਿਹਦਾ ਮਹਾਰਾਜ ਨੇ ਭਰਮ ਚੁਕਾ ਦਿੱਤਾ, ਜਿਹਨੂੰ ਚਾਨਣ ਕਰਾ ਦਿੱਤਾ, ਤੇ ਉਹਦਾ ਫਿਰ ਜਨਮ ਤੇ ਉਹਦਾ ਫਿਰ ਮਰਨ, ਉਹਦਾ ਆਉਣਾ ਉਹਦਾ ਜਾਣਾ ਮੁੱਕ ਜਾਂਦਾ ਸਦਾ ਵਾਸਤੇ। ਉਹ ਲੀਨ ਹੋ ਜਾਂਦਾ, ਉਹ ਬੂੰਦ ਸਾਗਰ ਦੇ ਵਿੱਚ ਜਾ ਕੇ ਸਮਾ ਜਾਂਦੀ ਆ। ਅਸਲ ਦੇ ਵਿੱਚ ਗੁਰੂ ਮਹਾਰਾਜ ਇਹ ਕਹਿਣਾ ਚਾਹੁੰਦੇ ਨੇ ਕਿ ਪੰਜਾਂ ਤੱਤਾਂ ਦਾ ਸਰੀਰ ਹੁੰਦਾ। ਹਵਾ, ਇਹਨੂੰ ਪਵਨ ਕਹਿੰਦੇ ਨੇ, ਮਿੱਟੀ, ਖਾਕ, ਅਗਨੀ, ਪਾਣੀ, ਆਕਾਸ਼। ਇਹਨਾਂ ਪੰਜਾਂ ਚੀਜ਼ਾਂ ਦਾ ਜੋੜ ਹੈ ਸਰੀਰ। ਜਦੋਂ ਹੀ ਜੀਵ ਮਰਦਾ, ਹਵਾ 'ਚ ਜਾ ਕੇ ਮਿਲ ਜਾਂਦੀ ਆ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਤੇ ਆਤਮਾ ਜਿਹੜੀ ਆ, ਜੋਤ ਜਿਹੜੀ ਆ, ਜੋਤ ਵਿੱਚ ਜਾ ਕੇ ਰਲ ਜਾਂਦੀ ਆ। ਮਾਟੀ ਹੋਈ ਏਕ, ਮਿੱਟੀ ਮਿੱਟੀ 'ਚ ਰਲ ਜਾਂਦੀ ਆ। ਆਕਾਸ਼ ਵਿੱਚ ਰਲ ਜਾਂਦਾ, ਅਗਨੀ 'ਚ ਰਲ ਜਾਂਦੀ ਆ। ਇਵੇਂ ਜਿੱਥੋਂ ਤੱਤ ਆਏ ਹੁੰਦੇ ਨੇ ਉੱਥੋਂ ਜਾ ਕੇ ਸਮਾ ਜਾਂਦੇ ਨੇ। ਤੇ ਪਵਨ ਜਿਹੜੀ ਆ, ਪਵਨ 'ਚ, ਜੋਤ ਜਿਹੜੀ ਆ, ਜੋਤ 'ਚ, ਮਾਟੀ ਜਿਹੜੀ ਆ, ਮਾਟੀ 'ਚ। ਇਵੇਂ ਮਹਾਰਾਜ ਕਹਿੰਦੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਇਸ ਕਰਕੇ ਕਹਿਣਾ ਪਵੇਗਾ ਕਿ ਆਤਮਾ ਹੋਰ ਨਵਾਂ ਸਰੀਰ ਲੱਭਣ ਤੁਰ ਪੈਂਦੀ ਆ, ਮਰਦੀ ਨਹੀਂ। ਕੋਈ ਮਰਿਆ ਨਹੀਂ। ਸਰੀਰ ਦਾ ਤੇ ਆਤਮਾ ਦਾ ਵਿਛੋੜਾ ਪਿਆ ਹੈ, ਸਿਰਫ ਮਰਿਆ ਕੋਈ ਨਹੀਂ। ਉਹ ਨਵਾਂ ਸਰੀਰ ਲੱਭਣ ਤੁਰ ਪਈ ਆ। ਸਰੀਰ ਬੜੇ ਕੰਮ ਦੀ ਚੀਜ਼ ਹੈ। ਆਤਮਾ ਜਿਹੜੀ ਆ ਇਹਦੀ ਮੁਥਾਜ ਆ, ਇਹਨੂੰ ਲੱਭਦੀ ਆ, ਇਹਨੂੰ ਭਾਲਦੀ ਆ। ਕਦੋਂ? ਜਦੋਂ ਵਿਛੜਦੀ ਆ ਪੁਰਾਣੇ ਸਰੀਰ ਤੋਂ, ਨਵਾਂ ਸਰੀਰ ਲੱਭਣ ਤੁਰ ਪੈਂਦੀਆਂ ਨੇ ਆਤਮਾਵਾਂ। ਇਸ ਕਰਕੇ ਇਸ ਸਰੀਰ ਨੂੰ ਦੇਹੀ ਕੋ ਸਿਮਰੈ ਦੇਵ। ਦੇਵਤੇ ਜਿਹੜੇ ਨੇ, ਚੰਗੀਆਂ ਰੂਹਾਂ, ਉਹ ਭਾਲਦੇ ਨੇ ਉਹ ਕੁੱਖਾਂ ਜਿਨ੍ਹਾਂ ਰਾਹੀਂ ਜਨਮ ਲੈ ਸਕਣ। ਮਾੜੀਆਂ ਰੂਹਾਂ ਭਾਲਦੇ ਨੇ ਉਹ ਕੁੱਖਾਂ ਸ਼ੈਤਾਨ ਜਨਮ ਲੈ ਸਕਣ। ਉਹ ਮਾੜੀਆਂ ਕੁੱਖਾਂ ਲੱਭਦੇ ਨੇ। ਇਸ ਕਰਕੇ ਚੰਗੀਆਂ ਰੂਹਾਂ ਚਾਹੁੰਦੀਆਂ ਨੇ ਜਨਮ ਲੈਣਾ, ਪਰ ਉਹਨਾਂ ਨੂੰ ਉਹ ਕੁੱਖ ਨਹੀਂ ਮਿਲ ਰਹੀ ਜਿਨ੍ਹਾਂ ਦੇ ਵਿੱਚ ਬੰਦਗੀ ਹੋਵੇ, ਜਿਹੜਾ ਮਾਹੌਲ ਉਹਨਾਂ ਨੂੰ ਮਿਲੇ। ਮਾੜੀਆਂ ਰੂਹਾਂ ਦਾ ਜਨਮ ਬਹੁਤ ਹੋ ਰਿਹਾ, ਕਿਉਂਕਿ ਉਹੋ ਜਿਹਾ ਵਾਤਾਵਰਨ ਪੇਸ਼ ਹੈ, ਉਹੋ ਜਿਹਾ ਵਾਤਾਵਰਨ ਬਣਿਆ ਹੋਇਆ, ਉਹੋ ਜਿਹਾ ਮਾਹੌਲ ਬੜਾ ਆਸਾਨੀ ਨਾਲ ਬਣ ਜਾਂਦਾ। ਚੰਗੇ ਲੋਕ ਤਾਂ ਹੀ ਘੱਟ ਹੁੰਦੇ ਨੇ, ਕਾਰਨ ਚੰਗੀਆਂ ਕੁੱਖਾਂ ਘੱਟ ਨੇ। ਬੰਦਗੀ ਵਾਲੀਆਂ, ਇਬਾਦਤ ਵਾਲੀਆਂ ਕੁੱਖਾਂ ਘੱਟ ਨੇ। ਜਿਸ ਪ੍ਰਕਾਰ ਮਾਤਾ ਮਰੀਅਮ ਜੀ ਹੋਏ ਨੇ, ਸ਼ੇਖ ਫਰੀਦ ਜੀ ਦੇ ਮਾਤਾ ਜੀ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਵਾਹਿਗੁਰੂ ਅੱਲਾ ਖੁਦਾ ਦੇ ਨਾਲ ਜੋੜਿਆ। ਸ਼ੱਕਰ ਦੀਆਂ ਪੁੜੀਆਂ ਬੰਨ੍ਹ ਕੇ ਦੇਣਾ, ਆਖਣਾ ਜੇ ਤੂੰ ਕੁਰਾਨ ਦੀਆਂ ਆਇਤਾਂ ਪੜ੍ਹੇਂਗਾ, ਨਮਾਜ਼ ਪੜ੍ਹੇਂਗਾ, ਰੱਬ ਤੈਨੂੰ, ਖੁਦਾ ਤੈਨੂੰ ਸ਼ੱਕਰ ਦੇਊਗਾ। ਬੱਚੇ ਦਾ ਮਿੱਠੀਆਂ ਚੀਜ਼ਾਂ ਦੇ ਨਾਲ ਮੋਹ ਹੁੰਦਾ,
ਇਸ ਕਰਕੇ ਲਾਲਚ ਦੇ ਕੇ ਚਟਾਈ ਵਿਛਾ ਦੇਣੀ। ਫਰੀਦ ਸਾਹਿਬ ਜੀ ਨੇ ਨਮਾਜ਼ ਪੜ੍ਹਨੀ, ਜਦੋਂ ਚਟਾਈ ਮਸੱਲਾ ਚੱਕਣਾ ਤੇ ਨੀਚੇ ਉਹਦੇ ਵਿੱਚ ਰੱਖ ਦੇਣੀਆਂ ਸ਼ੱਕਰ ਦੀਆਂ ਪੁੜੀਆਂ। ਇਵੇਂ ਫਰੀਦ ਸਾਹਿਬ ਜੀ ਨੂੰ ਬਾਣੀ ਦੇ ਨਾਲ ਜੋੜਿਆ। ਉਹਨਾਂ ਦੀ ਅੱਜ ਬਾਣੀ ਦਰਜ ਹੈ, ਉਹਨਾਂ ਦੀ ਮਾਂ ਦੀ ਬਦੌਲਤ, ਉਹਨਾਂ ਦੇ ਮੁਰਸ਼ਦ ਦੀ ਬਦੌਲਤ, ਬਖਤਿਆਰ ਕਾਕੀ ਜੀ ਦੀ ਬਦੌਲਤ, ਮਾਤਾ ਮਰੀਮ ਜੀ ਦੀ ਬਦੌਲਤ। ਇਵੇਂ ਹੀ ਗੁਰੂ ਮਹਾਰਾਜ ਨੇ ਜਿਨ੍ਹਾਂ ਤੇ ਵੀ ਕਿਰਪਾ ਕੀਤੀ ਆ, ਉਹਨਾਂ ਦੀ ਕੁੱਖਾਂ ਦੇ ਵਿੱਚ ਬੰਦਗੀ ਹੋਈ। ਉਹ ਬੰਦਗੀ ਵਿੱਚੋਂ ਭਗਤਾਂ ਨੇ, ਦਾਨੀਆਂ ਨੇ, ਸੂਰਬੀਰਾਂ ਨੇ, ਯੋਧਿਆਂ ਨੇ ਜਨਮ ਲਿਆ। ਇਸ ਕਰਕੇ ਬਹੁਤ ਰੂਹਾਂ ਨੇ ਚੰਗੀਆਂ ਜਿਹੜੀਆਂ ਜਨਮ ਲੈਣਾ ਚਾਹੁੰਦੀਆਂ ਨੇ, ਧਰਤੀ ਤੇ ਆ ਕੇ ਪਰਉਪਕਾਰ ਕਰਨਾ ਚਾਹੁੰਦੀਆਂ ਨੇ, ਪਰ ਮਾਹੌਲ ਨਹੀਂ ਬਣ ਰਿਹਾ। ਉਹਨਾਂ ਨੂੰ ਕੁੱਖ ਨਹੀਂ ਲੱਭ ਰਹੀ ਜਿਹਦੇ ਰਾਹੀਂ ਧਰਤੀ ਤੇ ਆ ਸਕਣ। ਮਾੜੀਆਂ ਰੂਹਾਂ ਵੀ ਜਨਮ ਲੈਣਾ ਚਾਹੁੰਦੀਆਂ ਨੇ ਤੇ ਜਨਮ ਲੈ ਰਹੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਬਾਬੇ ਨੇ ਇਵੇਂ ਵੀ ਆਖਿਆ ਹੈ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ, ਕੱਲੀ ਅੰਦਰ ਨਾਨਕਾ। ਕਲਯੁਗ ਦੇ ਵਿੱਚ ਜਦੋਂ ਬਹੁਤੇ ਲੋਕਾਂ ਦੇ ਹਾਲਾਤ ਜਿਹੜੇ ਨੇ ਮਾਨਸਿਕ ਤਲ ਤੇ ਮਾੜੇ ਹੋਣਗੇ, ਬਹੁਤੇ ਲੋਕ ਭ੍ਰਿਸ਼ਟਾਚਾਰੀ ਹੋਣਗੇ, ਲਾਲਚੀ ਹੋਣਗੇ, ਲੋਭੀ ਹੋਣਗੇ, ਕ੍ਰੋਧ ਨਾਲ ਭਰੇ ਹੋਣਗੇ, ਉਦੋਂ ਇਹੋ ਜਿਹੀਆਂ ਕੁੱਖਾਂ ਵਿੱਚੋਂ ਜਿਨ੍ਹਾਂ ਦਾ ਜਨਮ ਹੋਏਗਾ ਉਹ ਜਿੰਨਾਂ ਵਰਗੇ, ਉਹ ਪ੍ਰੇਤਾਂ ਵਰਗੇ ਹੋਣਗੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਾਰਨ ਜੇ ਪੁੱਤਰ ਹੋ ਜਾ ਉਹ ਤਾਂ ਉਹਦੀ ਮਾਂ ਉਹੋ ਜਿਹੀ ਹੋਏਗੀ, ਧੀ ਉਹੋ ਜਿਹੀ ਆ ਤੇ ਉਹਦੀ ਮਾਤਾ ਦਾ ਸੁਭਾਅ ਉਹੋ ਜਿਹਾ ਹੋਏਗਾ। ਜਿਹੋ ਜਿਹੇ ਮਾਂ ਪਿਓ ਦੀ ਸਿੱਖਿਆ ਉਹੋ ਜਿਹੇ ਬੱਚੇ ਜ਼ਿਆਦਾਤਰ ਦੇਖਿਆ ਗਿਆ ਹੁੰਦੇ ਨੇ। ਇਸ ਕਰਕੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਗੁਰੂ ਮਹਾਰਾਜ ਕਹਿ ਰਹੇ ਨੇ ਕਿ ਉਹ ਕੁੱਖਾਂ ਕਿੱਥੇ ਨੇ ਜਿਨ੍ਹਾਂ ਵਿੱਚੋਂ ਭਗਤ ਜਨਮ ਲੈਂਦੇ ਸੀ। ਉਹ ਕੁੱਖਾਂ ਕਿੱਥੇ ਨੇ ਜਿਨ੍ਹਾਂ ਵਿੱਚੋਂ ਸੂਰਮੇ ਯੋਧੇ, ਦਾਨੀ, ਦਇਆ ਵਾਲੇ ਸਤਿਪੁਰਸ਼ ਆਉਂਦੇ ਸੀ, ਜਿਨ੍ਹਾਂ ਰਾਹੀਂ ਬਹੁਤ ਆਤਮਾਵਾਂ ਤੜਫ ਰਹੀਆਂ ਨੇ, ਜਨਮ ਲੈਣਾ ਚਾਹੁੰਦੀਆਂ ਨੇ। ਦੇਖੋ ਨਾ, ਸਰੀਰ ਬੜੇ ਕੰਮ ਦੀ ਚੀਜ਼ ਆ। ਜਦੋਂ ਹੀ ਆਤਮਾ ਇਹ ਤੋਂ ਵਿਛੜਦੀ ਆ, ਮਹਾਰਾਜ ਕਹਿੰਦੇ ਆਤਮਾ ਕਦੇ ਮਰਦੀ ਨਹੀਂ, ਉਦੋਂ ਹੀ ਉਹ ਨਵਾਂ ਸਰੀਰ ਲੱਭਣ ਤੁਰ ਪੈਂਦੀ ਆ। ਚੰਗੀਆਂ ਰੂਹਾਂ ਆਉਣਾ ਚਾਹੁੰਦੀਆਂ ਨੇ ਪਰ ਆ ਨਹੀਂ ਸਕਦੀਆਂ। ਕਾਰਨ ਉਹੋ ਜਿਹੀ ਕੁੱਖ ਨਹੀਂ। ਉਹਨਾਂ ਨੂੰ ਮਾਹੌਲ ਚਾਹੀਦਾ ਹੈ, ਉਹਨਾਂ ਰਾਹੀਂ ਆਉਣਗੀਆਂ। ਚੰਗੀ ਰੂਹ ਚੰਗੀ ਕੁੱਖ ਰਾਹੀਂ ਆਵੇਗੀ। ਉਹ ਕੁੱਖਾਂ ਹੁਣ ਨਹੀਂ ਰਹੀਆਂ। ਇਸ ਕਰਕੇ ਮਾੜੇ ਲੋਕਾਂ ਦਾ ਬਹੁਤ ਜਨਮ ਹੋ ਰਿਹਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਆਤਮਾ ਜਿਹੜੀ ਆ ਉਹ ਉਦੋਂ ਹੀ ਸਰੀਰ ਲੱਭਣ ਤੁਰ ਪੈਂਦੀ ਆ ਜਦੋਂ ਪਹਿਲੇ ਸਰੀਰ ਨਾਲੋਂ ਵਿਛੜਦੀ ਆ, ਉਦੋਂ ਹੀ ਲੱਭਣ ਤੁਰ ਪੈਂਦੀ ਆ। ਕਾਰਨ ਉਹਦਾ ਸਰੀਰ ਬਿਨਾਂ ਸਰਦਾ ਨਹੀਂ। ਮਹਾਰਾਜ ਕਹਿੰਦੇ ਇਸ ਕਰਕੇ ਕੋਈ ਮਰਦਾ ਨਹੀਂ, ਇੱਥੇ ਰੂਪ ਬਦਲਦੇ ਨੇ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਇੱਥੇ ਮਰਦਾ ਕੋਈ ਨਹੀਂ। ਆਪਾਂ ਕਹਾਂਗੇ ਸਾਡੇ ਸਾਹਮਣੇ ਸਰੀਰ ਜਾਂਦੇ ਨੇ ਕਬਰਾਂ 'ਚ, ਉਹ ਕਹਿੰਦੇ ਇੱਕ ਸਰੀਰ ਦੇ ਨਾਲੋਂ ਆਤਮਾ ਵਿਛੜੀ ਆ, ਉਹ ਜਾ ਕੇ ਨਵਾਂ ਘਰ ਲੱਭ ਰਹਿੰਦੀ ਆ ਰਹਿਣ ਵਾਸਤੇ।
रूप बदलते ने, ਉਹੀ चीज़ रूप बदल के नवा चोला पा लेंदी है, पर वो मरदी नहीं। आत्मा किसी की मुथाज नहीं हुंदी, ਉਹ ਹੋਰ ਨਵਾਂ ਚੋਲਾ ਲੱਭ ਲੈਂਦੀ ਹੈ। ਇਸ ਕਰਕੇ ਗੁਰੂ ਮਹਾਰਾਜ ਸਾਨੂੰ ਇਹ ਕਹਿੰਦੇ ਨੇ, ਬਹੁਤ ਚੀਜ਼ਾਂ ਹਨ ਜੋ ਚਾਨਣੇ ਵੀ ਪੜ੍ਹਨੀ ਹੁੰਦੀਆਂ। ਕਿਆ ਜਾਣਾ ਕਿਵ ਮਰਹਿਗੇ। ਦੁਨੀਆ ਦੇ ਵਿੱਚ ਆ ਕੇ ਸਾਨੂੰ ਲੱਗਦਾ ਵੀ ਚਾਨਣੇ ਅਸੀਂ ਪੜ੍ਹ ਸਕਦੇ ਹਾਂ ਸਾਰੀਆਂ ਚੀਜ਼ਾਂ, ਹਨੇਰੇ ਵਿੱਚ ਨਹੀਂ ਪੜ੍ਹੀਆਂ ਜਾਂਦੀਆਂ। ਪਰ ਬਹੁਤ ਚੀਜ਼ਾਂ ਹਨ ਜਿਹੜੀਆਂ ਚਾਨਣੇ ਵੀ ਪੜ੍ਹੀਆਂ ਨਹੀਂ ਜਾਂਦੀਆਂ। ਕਦੋਂ ਕਿੱਥੇ ਕਿਵੇਂ ਮਰ ਜਾਣਾ, ਇਹ ਮੱਥੇ ਦੇ ਲੇਖ ਇਹ ਨਹੀਂ ਪੜ੍ਹੇ ਜਾਂਦੇ। ਰੱਬ ਸਾਡੇ ਮੱਥੇ ਤੇ ਲੇਖ ਲਿਖਦਾ ਹੈ। ਕਿਸਮਤਾਂ ਕਿੱਥੇ ਪੜ੍ਹ ਹੁੰਦੀਆਂ ਨੇ, ਚਾਨਣੇ ਵੀ ਪੜ੍ਹ ਨਹੀਂ ਹੁੰਦੀਆਂ। ਕਿਸਮਤ ਜਿਹੜੀ ਹੁੰਦੀ ਆ ਬੰਦੇ ਦੀ, ਕਿਆ ਜਾਣਾ ਕਿਵ ਮਰਹਿਗੇ, ਕੈਸਾ ਮਰਨਾ ਹੋਏ। ਕਦੋਂ ਕਿੱਥੇ ਕਿਵੇਂ ਮਰ ਜਾਣਾ, ਇਹ ਚਾਨਣੇ ਵੀ ਨਹੀਂ ਪੜ੍ਹ ਹੁੰਦਾ। ਇਸ ਕਰਕੇ ਕੋਈ ਵਿਰਲਾ ਹੀ ਆ ਜਿਹੜਾ ਇਹ ਪੜ੍ਹਦਾ ਹੈ। ਕੋਈ ਬੁੱਧ ਪੁਰਸ਼ ਹੁੰਦਾ, ਕੋਈ ਸਤਪੁਰਸ਼ ਹੁੰਦਾ ਜਿਹੜਾ ਮੱਥੇ ਦੇ ਲੇਖਾਂ ਨੂੰ ਪੜ੍ਹਦਾ ਹੈ, ਜਿਹਦੇ ਸਿਰ ਵਿੱਚ ਗਿਆਨ ਦੀ ਬੱਤੀ ਜਗਦੀ ਆ, ਜਿਹਦੇ ਢਿੱਡ ਵਿੱਚ ਚਾਨਣ ਹੁੰਦਾ, ਉਹੀ ਪੜ੍ਹ ਸਕਦਾ ਮੱਥੇ ਦੇ ਲੇਖ। ਉਹੀ ਦੱਸ ਸਕਦਾ ਹੈ ਆਉਣ ਵਾਲਾ ਸਮਾਂ, ਉਹੀ ਬੁੱਝ ਸਕਦਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਬ੍ਰਹਮ ਗਿਆਨੀ ਤਾਂ ਬ੍ਰਹਮ ਗਿਆਨੀ ਆ, ਉਹਦੇ ਸਿਰ 'ਚ ਬੱਤੀ ਜਗਦੀ ਆ ਗਿਆਨ ਦੀ, ਉਹਦੇ ਢਿੱਡ 'ਚ ਚਾਨਣ। ਸਾਡੇ ਨਾ ਅੰਦਰ ਚਾਨਣ ਹੈ, ਨਾ ਸਾਡੇ ਬਾਹਰ ਚਾਨਣ ਹੈ। ਇਸ ਕਰਕੇ ਅਸੀਂ ਬਾਹਰੋਂ ਵੀ ਅੰਧੇ ਹਾਂ, ਅੰਦਰੋਂ ਵੀ ਅੰਨੇ ਹਾਂ। ਨਾ ਸਾਨੂੰ ਬਾਹਰ ਦੀ ਸਮਝ ਹੈ, ਨਾ ਸਾਨੂੰ ਅੰਦਰ ਦੀ ਸਮਝ ਹੈ। ਤਾਂ ਇਸ ਕਰਕੇ ਬ੍ਰਹਮ ਗਿਆਨੀਆਂ ਦੇ ਕੋਲ ਤੁਸੀਂ ਬੈਠਣਾ ਸ਼ੁਰੂ ਕਰੋ। ਤੁਹਾਡੇ ਦਿਮਾਗ ਦੀ ਬੱਤੀ ਜਿਹੜੀ ਆ ਉਹ ਵੀ ਜਗੇ, ਅਤੇ ਤੁਹਾਡੇ ਢਿੱਡ ਦੇ ਵਿੱਚ ਚਾਨਣ ਹੋਵੇ, ਜਿਹਦੇ ਨਾਲ ਤੁਹਾਡੀ ਜ਼ਿੰਦਗੀ ਸੋਹਣੀ ਬਣੇ। ਬ੍ਰਹਮ ਗਿਆਨੀ ਗੁਰੂ ਦੇ ਪਾਸ ਆ ਕੇ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਕੌਣ ਮਰਿਆ? ਕਹਿੰਦੇ ਕੋਈ ਮਰਿਆ ਨਹੀਂ, ਕੋਈ ਮਰਿਆ ਨਹੀਂ। ਮਿੱਟੀ ਮਿੱਟੀ 'ਚ ਮਿਲ ਗਈ, ਪਾਣੀ ਪਾਣੀ 'ਚ ਮਿਲ ਗਿਆ, ਪਵਨ ਪਵਨ 'ਚ ਮਿਲ ਗਈ, ਜੋਤ ਜੋਤ ਵਿੱਚ ਰਲ ਗਈ। ਕੌਣ ਮਰਿਆ ਹੈ? ਆਤਮਾ ਹੋਰ ਸਰੀਰ ਲੱਭਣ ਤੁਰ ਪਈ ਆ, ਮਰਿਆ ਕੋਈ ਨਹੀਂ, ਰੂਪ ਬਦਲੇ ਨੇ ਬਸ। ਕੌਣ ਮੁਆ ਰੇ ਕੌਣ ਮੁਆ, ਤੇ ਰੋਵਣ ਹਾਰ ਪੇ ਊਠ ਸਦਾਈ, ਅਗਲੀ ਕਿਛ ਖਬਰ ਨਾ ਪਾਈ। ਰੋਣ ਵਾਲਿਆਂ ਨੂੰ ਅਗਲੀਆਂ ਖਬਰਾਂ ਨਹੀਂ, ਅੱਗੇ ਕੀ ਹੋਣਾ ਉਹਦੇ ਨਾਲ। ਜਿਹੜੀ ਆਤਮਾ ਗਈ ਆ, ਉਹਨੇ ਕਿਹੜਾ ਚੋਲਾ ਲੈਣਾ, ਕੋਈ ਖਬਰ ਨਹੀਂ। ਜਿਹੜੇ ਰੋ ਰਹੇ ਨੇ ਇਹ ਵੀ ਇੱਕ ਦਿਨ ਚਲੇ ਜਾਣਗੇ, ਇਹ ਵੀ ਇੱਕ ਦਿਨ ਵਿਛੜ ਜਾਣਗੇ। ਜੋ ਰੋ ਰਹੇ ਨੇ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਇਹ ਵੀ ਇੱਕ ਦਿਨ ਚਲੇ ਜਾਣਗੇ, ਵਿਛੜ ਜਾਣਗੇ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁੰਜਾਹੇ, ਜਿਨੀ ਸਤਿਗੁਰੂ ਨਾ ਸੇਵਿਓ, ਸੇ ਆਏ ਗਏ ਪਛਤਾਹੇ। ਇਸ ਕਰਕੇ ਮਰਨਾ ਨਾਮ ਹੈ ਮੁੱਕ ਜਾਣੇ ਦਾ, ਮੁੱਕ ਗਿਆ ਬਸ ਹੋਈ। ਮਰ ਗਿਆ ਜਿਹੜਾ ਦੁਨੀਆ ਵਿੱਚੋਂ, ਮੁੜ ਕੇ ਮਿਲਿਆ ਨਾ ਕੋਈ। ਦਮ ਦੇ ਨਾਲ ਇਹ ਆਦਮ ਬਣਿਆ, ਦਮ ਮੁੱਕਾ ਬਸ ਹੋਇਆ। ਇੱਕ ਦਿਨ ਤੇਰੀਆਂ ਗੱਲਾਂ ਹੋਸਨ, ਅੱਜ ਰੰਗੀਲਾ ਸੋਇਆ। ਇੱਕ ਦਿਨ ਤੇਰੀਆਂ ਗੱਲਾਂ ਹੋਸਨ, ਅੱਜ ਰੰਗੀਲਾ ਸੋਇਆ। ਬੰਦਾ ਨਾਮ ਹੈ ਸਵਾਸਾਂ ਦਾ, ਇਨਸਾਨ ਨਾਮ ਹੈ ਤੱਤਾਂ ਦੇ ਜੋੜ ਦਾ। ਜਦੋਂ ਹੀ ਉਹ ਵਿਖਰ ਜਾਂਦੇ ਨੇ, ਉਦੋਂ ਹੀ ਇਹ ਵਿਖਰ ਜਾਂਦਾ, ਉਦੋਂ ਹੀ ਇਹ ਵਿਛੜ ਜਾਂਦਾ। ਇਸ ਕਰਕੇ ਨਾ ਗੁਰੂ ਜੀ ਸਾਨੂੰ ਇਹ ਦੱਸਦੇ ਨੇ ਅੱਜ ਦੇ ਵਾਕ ਦੇ ਵਿੱਚ ਕਿ ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਕਹਿੰਦੇ ਪਰਮਾਤਮਾ ਦਾ ਸਦਾ ਰਹਿਣ ਵਾਲਾ ਇੱਕ ਨਿਯਮ ਆ। ਬਹੁਤ ਬੱਚੇ ਜਨਮ ਲੈਣਗੇ ਤੇ ਬਹੁਤ ਲੋਕ ਸ਼ਮਸ਼ਾਨ ਘਾਟ ਚਲੇ ਜਾਣਗੇ, ਨਵੇਂ ਆ ਜਾਣਗੇ, ਪੁਰਾਣੇ ਝੜ ਜਾਣਗੇ। ਇਹ ਨਿਯਮ ਹੈ। ਨੈ ਕੋ ਮੂਆ ਨਾ ਮਰਣ ਜੋਗ, ਨੈ ਬਿਨਸੈ ਅਬਨਾਸੀ ਹੋ। ਇਸ ਕਰਕੇ ਉਹ ਬੰਦਾ
ਕਦੇ ਵੀ ਨਹੀਂ ਮਰਦਾ ਜੋ ਇਹ ਗਿਆਨ ਨੂੰ ਸਮਝ ਲੈਂਦਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹ ਬੰਦਾ ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਆਤਮਾ ਵਿਛੜਦੀ ਆ, ਮਰਦੀ ਨਹੀਂ ਕਦੇ, ਹੋਰ ਚੋਲਾ ਲੱਭਦੀ ਆ, ਉਹ ਕਦੇ ਵੀ ਮਰਦਾ ਨਹੀਂ, ਸਦਾ ਵਾਸਤੇ ਜਿਉਂਦਾ ਹੈ। ਲੋਕਾਂ ਦੇ ਦਿਲਾਂ 'ਚ ਜਾਣਨ ਹਾਰੇ ਕਉ ਵੱਲ ਜਾਓ, ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੇ ਜਾਇਆ। ਇਸ ਕਰਕੇ ਐਸੇ ਬੰਦੇ ਦੇ ਭਰਮ ਜਿਹਨੂੰ ਚੁੱਕ ਗਏ ਨੇ, ਗਵਾਚ ਗਏ ਨੇ, ਖੋ ਗਏ ਨੇ, ਉਹ ਫਿਰ ਆਉਂਦਾ ਨਹੀਂ ਵਾਰ-ਵਾਰ, ਜਾਂਦਾ ਨਹੀਂ ਵਾਰ-ਵਾਰ। ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਕਹਿੰਦੇ ਰਹਿੰਦੇ ਨੇ ਕਿ ਆਤਮਾ ਕਦੇ ਮਰਦੀ ਨਹੀਂ, ਇੱਥੇ ਕੋਈ ਮਰਦਾ ਨਹੀਂ। ਦਰਅਸਲ ਇਹ ਕਹਿਣਾ ਚਾਹੁੰਦੇ ਨੇ ਕਿ ਰੂਪ ਬਦਲਦੇ ਆ, એનર્ਜੀ ਦੇ ਰੂਪ ਬਦਲਦੇ ਆ, ਉਹ ਹੋਰ ਰੂਪ ਧਾਰਨ ਕਰ ਲੈਂਦੀ ਹੈ। ਪੁਰਾਣਾ ਚੋਲਾ ਛੱਡ ਕੇ ਨਵਾਂ ਚੋਲਾ ਪਾ ਲੈਂਦੀ ਆ ਆਤਮਾ। ਪੁਰਾਣਾ ਘਰ ਪੁਰਾਣਾ ਹੋਇਆ, ਨਵਾਂ ਘਰ ਬਣਾ ਲੈਂਦੀ ਆ। ਇਸ ਕਰਕੇ ਇੱਥੇ ਘਰ ਬਦਲਦੇ ਨੇ, ਸਰੀਰ ਬਦਲਦੇ ਨੇ, ਆਤਮਾ ਨਹੀਂ ਮਰਦੀ। ਕੌਣ ਮੂਆ, ਮਹਾਰਾਜ ਕਹਿੰਦੇ ਕਿਹਦੇ ਮਰਨ ਤੇ ਮੈਂ ਅਫਸੋਸ ਕਰਾਂ, ਕੌਣ ਮੂਆ ਰੇ ਕੌਣ ਮੂਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ, ਇਹ ਤੋ ਚਲਤ ਭਇਆ। ਇਹ ਕਿਸੇ ਰੱਬ ਦੇ ਪਿਆਰੇ ਨਾਲ ਮਿਲੋਗੇ, ਬੈਠੋਗੇ, ਵਿਚਾਰ ਕਰੋਗੇ, ਫਿਰ ਤੁਹਾਨੂੰ ਪਤਾ ਲੱਗਣਾ ਕਿ ਕੋਈ ਮਰਦਾ ਨਹੀਂ, ਰੂਪ ਬਦਲਦੇ ਨੇ। ਬਹੁਤ ਹੀ ਗਹਿਰੀਆਂ ਗੱਲਾਂ ਨੇ, ਬਹੁਤ ਹੀ ਡੂੰਘੀਆਂ ਗੱਲਾਂ ਨੇ। ਸਾਨੂੰ ਲੱਗਦਾ ਹੈ ਉਹ ਮਰ ਚੁੱਕਾ ਹੈ, ਪਰ ਨਹੀਂ। ਆਤਮਾ ਹੋਰ ਸਰੀਰ ਲੱਭਣ ਤੁਰ ਪੈਂਦੀ ਆ ਤੇ ਲੱਭ ਵੀ ਲੈਂਦੀ ਆ। ਚੰਗੀਆਂ ਆਤਮਾਵਾਂ ਆਉਣਾ ਚਾਹੁੰਦੀਆਂ ਨੇ ਧਰਤੀ ਤੇ, ਬੰਦਗੀ ਕਰਨਾ ਚਾਹੁੰਦੀਆਂ ਨੇ, ਇਸ ਦੇਹੀ ਕੋ ਸਿਮਰੈ ਦੇਵ, ਪਰ ਉਹਨਾਂ ਨੂੰ ਕੁੱਖ ਨਹੀਂ ਮਿਲ ਰਹੀ, ਮਾਹੌਲ ਨਹੀਂ ਬਣ ਰਿਹਾ। ਮਾੜੀਆਂ ਰੂਹਾਂ ਵੀ ਜਨਮ ਲੈਣਾ ਚਾਹੁੰਦੀਆਂ ਨੇ, ਲੈ ਰਹੀਆਂ ਨੇ, ਕਾਰਨ ਉਹ ਮਾਹੌਲ ਤਿਆਰ ਆ, ਉਹ ਕੁੱਖਾਂ ਤਿਆਰ ਹਨ ਜਿਨ੍ਹਾਂ ਰਾਹੀਂ ਉਹ ਆ ਰਹੀਆਂ ਨੇ ਤੇ ਆਉਣਗੀਆਂ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਸਤਿਗੁਰੂ ਕਹਿੰਦੇ ਐਸਾ ਸਮਾਂ ਆਵੇਗਾ ਜਦੋਂ ਲੋਕਾਂ ਦੇ ਖਿਆਲ ਵੱਡੀ ਗਿਣਤੀ 'ਚ ਬਦਲ ਜਾਣਗੇ। ਜੇ ਮੇਰੇ ਖਿਆਲ ਇਕੱਲੇ ਦੇ ਬਦਲ ਜਾਣ ਤਾਂ ਮੇਰੀ ਦੁਨੀਆ ਬਦਲੇਗੀ। ਜੇ ਤੁਹਾਡੇ ਇਕੱਲਿਆਂ ਦੇ ਖਿਆਲ ਬਦਲਣ, ਤੁਹਾਡੀ ਦੁਨੀਆ ਬਦਲੇਗੀ। ਜੇ ਸਾਰਿਆਂ ਦੇ ਖਿਆਲ ਇੱਕੋ ਜਿਹੇ ਹੋ ਜਾਣ, 90% ਇੱਕੋ ਜਿਹੇ, ਲਾਲਚੀ ਸਾਰੇ ਹੋ ਜਾਣ, ਕ੍ਰੋਧੀ ਸਾਰੇ ਹੋ ਜਾਣ, ਤੇ ਲੋਭ ਜਿਹੜਾ ਚਾਰੇ ਪਾਸੇ ਫੈਲ ਜੇ, ਹੰਕਾਰ ਸਿਰ ਚੜ ਬੋਲੇ, ਉਹਨੂੰ ਯੁੱਗ ਬਦਲਣਾ ਕਹਿੰਦੇ ਨੇ ਵੀ ਹੁਣ ਯੁੱਗ ਬਦਲਿਆ। ਤਾਂ ਐਸਾ ਸਮਾਂ ਆਵੇਗਾ ਜਦੋਂ ਯੁੱਗ ਪਲਟੇਗਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਉਦੋਂ ਕੁੱਖ ਚੋਂ ਜਿਹੜੇ ਬੱਚੇ ਜਨਮ ਲੈਣਗੇ ਉਹ ਜਿੰਨਾਂ ਵਰਗੇ ਹੋਣਗੇ, ਉਹ ਪ੍ਰੇਤਾਂ ਵਰਗੇ ਹੋਣਗੇ, ਉਹ ਮਲੇਸ਼ ਹੋਣਗੇ। ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਾਰਨ ਕੀ ਆ? ਉਹ ਪੁੱਤ ਜਨੂਰਾ ਹੋਊਗਾ, ਧੀ ਜਨੂਰੀ ਹੋਊਗੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਾਰਨ ਜਿੱਥੇ ਉਹ ਤਿਆਰ ਹੋਣਾ 9 ਮਹੀਨਿਆਂ ਵਿੱਚ, ਉਹਨਾਂ ਉਹ ਮਾਹੌਲ ਨਹੀਂ ਸਹੀ, ਉਹ ਮਾਹੌਲ ਹੀ ਖਰਾਬ ਆ, ਜਿਹਦੇ ਕਰਕੇ ਉਹ ਇਹੋ ਜਿਹੇ ਨੇ। ਇਸ ਕਰਕੇ ਚੰਗੀਆਂ ਰੂਹਾਂ ਜਨਮ ਲੈਣਾ ਚਾਹੁੰਦੀਆਂ ਨੇ, ਇਸ ਦੇਹੀ ਕੋ ਸਿਮਰੈ ਦੇਵ, ਪਰ ਕਰਨ ਕੀ ਉਹ ਮਾਹੌਲ ਨਹੀਂ ਬਣ ਰਿਹਾ ਜਿਨ੍ਹਾਂ ਰਾਹੀਂ ਉਹਨਾਂ ਨੇ ਆਉਣਾ। ਕਦੇ ਕਦੇ ਮਾਤਾ ਮਰੀਅਮ ਜੀ ਵਰਗੇ ਕੋਈ ਹੁੰਦੇ ਨੇ ਜਿਹੜੇ ਸ਼ੇਖ ਫਰੀਦ ਵਰਗੇ ਭਗਤ ਨੂੰ ਦੁਨੀਆ ਤੇ ਲੈ ਕੇ ਆਉਂਦੇ ਨੇ ਆਪਦੀ ਕੁੱਖ ਰਾਹੀਂ। ਕਬੀਰ ਸਾਹਿਬ ਜੀ ਵਰਗੇ ਹੁੰਦੇ ਨੇ ਜਿਹੜੇ ਆਉਂਦੇ ਨੇ, ਉਹਨਾਂ ਧੰਨ। ਤਾਂ ਹੀ ਗੁਰੂ ਸਾਹਿਬ ਨੇ ਆਖਿਆ ਨਾ, ਧੰਨ ਧੰਨ ਮਾਤਾ, ਧੰਨ ਧੰਨ ਪਿਤਾ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਜਨਨੀ ਧੰਨ, ਜਿਹਨੇ ਆਪਦੀ ਕੁੱਖ ਚੋਂ ਇਹੋ ਜਿਹੇ ਬੱਚੇ ਨੂੰ ਜਨਮ ਦਿੱਤਾ, ਜਿਹੜਾ ਦਾਨੀ ਬਣਿਆ, ਜਿਹੜਾ ਭਗਤ ਬਣਿਆ,
ਜਿਹੜਾ ਪਰਉਪਕਾਰੀ ਬਣਿਆ ਜਾਂ ਯੋਧਾ ਬਣਿਆ ਜਾਂ ਕੋਈ ਚੰਗਾ ਇਨਸਾਨ ਬਣਿਆ। ਇਸ ਕਰਕੇ ਨਾ ਗੁਰੂ ਮਹਾਰਾਜ ਕਹਿੰਦੇ ਨੇ ਪਵਨੈ ਮੈਂ ਪਵਨ ਸਮਾਇਆ। ਕੋਈ ਮਰਦਾ ਨਹੀਂ ਇੱਥੇ। ਇਹ ਗੱਲਾਂ ਤੁਹਾਨੂੰ ਵਿਚਾਰ ਕਰਕੇ ਸਮਝ ਲੱਗਣਗੀਆਂ। ਉਹਨਾਂ ਕਹਿ ਦਿੱਤਾ ਹਵਾ ਹਵਾ 'ਚ ਮਿਲ ਜਾਂਦੀ ਆ, ਜੋਤੀ ਮੈਂ ਜੋਤ ਰਲ ਜਾਇਆ, ਜੋਤ ਜੋਤ 'ਚ ਰਲ ਜਾਂਦੀ ਆ, ਮਾਟੀ ਮਾਟੀ ਹੋਈ ਏਕ, ਮਰਨ ਸਮੇਂ ਮਿੱਟੀ ਮਿੱਟੀ 'ਚ ਮਿਲ ਜਾਂਦੀ ਆ। ਜਦੋਂ ਬੰਦੇ ਨੂੰ ਦਫਨ ਕਰ ਦਿੰਦੇ ਨੇ ਸਰੀਰ ਮਿੱਟੀ ਹੋ ਜਾਂਦਾ। ਰੋਵਣ ਹਾਰੇ ਕੀ ਕਵਨ ਟੇਕ, ਰੋਵਣ ਹਾਰੇ ਕੀ ਕਵਨ ਟੇਕ। ਇਸ ਕਰਕੇ ਉਹ ਜਿਹੜਾ ਰੋਣ ਵਾਲਾ ਹੈ ਉਹ ਕਿਹਨੂੰ ਰੋਂਦਾ ਹੈ? ਆਤਮਾ ਤਾਂ ਮਰਦੀ ਨਹੀਂ। ਕੌਣ ਮੁਆਰੇ ਕੌਣ ਮੁਆ, ਕੌਣ ਮਰ ਗਿਆ ਕੌਣ ਮਰ ਗਿਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਕਿਸੇ ਜਾਗੇ ਹੋਏ ਬੰਦੇ ਕੋਲ ਬੈਠੋ, ਉਹ ਦੱਸੇਗਾ ਇਹ ਤਾਂ ਚਲਤ ਪਿਆ। ਇਹ ਤਾਂ ਇੱਕ ਚਲਤ ਆ। ਚਲਤ ਦੇ ਅਰਥ ਨੇ ਤਮਾਸ਼ਾ। ਆਤਮਾ ਮਰਦੀ ਨਹੀਂ, ਉਹ ਤਾਂ ਨਵਾਂ ਸਰੀਰ ਲੱਭਣ ਤੁਰ ਪਈ ਆ। ਤੁਸੀਂ ਇੱਥੇ ਬੈਠੇ ਰੋ ਰਹੇ ਹੋ। ਅਗਲੀ ਕਿਛ ਖਬਰ ਨਾ ਪਾਈ। ਤੁਹਾਨੂੰ ਅਗਲੀ ਸਮਝ ਨਹੀਂ, ਅਗਾਂਹ ਦੀ ਸਮਝ ਨਹੀਂ। ਰੋਵਣ ਹਾਰ ਪੇ ਊਟ ਸਦਾਈ। ਜਿਹੜੇ ਰੋ ਰਹੇ ਨੇ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ ਇਹਨਾਂ ਨੇ ਵੀ ਚਲੇ ਜਾਣਾ। ਕੋਈ ਮਰ ਜਾਂਦਾ ਆਪਾਂ ਨੂੰ ਲੱਗਦਾ ਉਹ ਮਰ ਗਿਆ, ਪਰ ਉਹਦੀ ਆਤਮਾ ਮਰਦੀ ਨਹੀਂ, ਉਹ ਨਵਾਂ ਸਰੀਰ ਲੱਭਣ ਚਲੀ ਜਾਂਦੀ ਹੈ। ਕਿਉਂਕਿ ਗੱਲ ਤਾਂ ਆਤਮਾ ਨੇ ਕਰਨੀ ਆ। ਜਦੋਂ ਹੀ ਆਤਮਾ ਵਿੱਚੋਂ ਵਿਛੜ ਜਾਂਦੀ ਆ, ਸਰੀਰ ਪਿਆ ਬੁਲਾਇਆ ਨਹੀਂ ਬੋਲਦਾ। ਆਪਾਂ ਹਿਲਾਉਂਦੇ ਆ, ਹਿਲਦਾ ਨਹੀਂ। ਆਪਾਂ ਕੁਝ ਕਹਿੰਦੇ ਆ, ਉਹਨੂੰ ਸੁਣਦਾ ਨਹੀਂ। ਅੱਖਾਂ ਨੇ ਉਹ ਦੇਖ ਨਹੀਂ ਪਾਉਂਦਾ। ਸਾਰੀ ਗੱਲ ਹੀ ਆਤਮਾ ਦੀ ਹੈ। ਇਸ ਕਰਕੇ ਉਹ ਆਤਮਾ ਜਿਹੜੀ ਕਦੇ ਮਰਦੀ ਨਹੀਂ। ਲੋਕ ਗੁਰੂ ਅਰਜਨ ਦੇਵ ਜੀ ਕਹਿੰਦੇ ਰੋਂਦੇ ਨੇ, ਪੁੱਤ ਰੋਂਦੇ ਨੇ, ਭਾਈ ਰੋਂਦੇ ਨੇ, ਭਤੀਜੇ ਰੋਂਦੇ ਨੇ, ਪਰ ਇਹ ਉਹ ਰੋ ਰਹੇ ਨੇ ਜਿਨ੍ਹਾਂ ਨੇ ਆਪ ਵੀ ਚਲੇ ਜਾਣਾ। ਅਵਰ ਮੁਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਣ ਜੀਜੈ। ਰੋਵਣ ਹਾਰ ਪੇ ਊਟ ਸਦਾਈ। ਮਰਨ ਤੋਂ ਬਾਅਦ ਜਿਹੜੇ ਲੋਕ ਰੋਂਦੇ ਨੇ ਉਹਨਾਂ ਨੇ ਵੀ ਇੱਕ ਦਿਨ ਚਲੇ ਜਾਣਾ। ਇਹ ਜਾਣਦੇ ਨਹੀਂ, ਸਮਝਦੇ ਨਹੀਂ। ਭਰਮ ਮੋਹ ਕੇ ਬਾਂਧੇ ਬੰਧ, ਕਾਰਨ ਉਹ ਭਰਮਾਂ ਦੇ ਵਿੱਚ ਨੇ, ਅਗਿਆਨਤਾ ਦੀਆਂ ਰੱਸੀਆਂ ਨਾਲ ਬੰਧੇ ਹੋਏ ਨੇ। ਸੁਪਨ ਭਇਆ ਪਖਲਾਏ ਅੰਧ। ਜਿਵੇਂ ਸੁਪਨੇ 'ਚ ਬੰਦਾ ਬੜਾਉਂਦਾ ਹੈ, ਡਰ ਜਾਂਦਾ, ਧਰਵਕ ਜਾਂਦਾ, ਉਹਨੂੰ ਲੱਗਦਾ ਇਹ ਸੱਚ ਹੋ ਰਿਹਾ। ਸੁਪਨੇ 'ਚ ਕੋਈ ਮਾਰਨ ਪੈਂਦਾ, ਡਰ ਜਾਂਦਾ। ਐਵੇਂ ਇਹ ਦੁਨੀਆ ਨੂੰ ਸੱਚ ਮੰਨ ਬੈਠਾ ਹੈ। ਇਹ ਤਾਂ ਰਚਨ ਰਚਿਆ ਕਰਤਾਰ। ਇਹ ਰੱਬ ਦਾ, ਕਰਤਾਰ ਦਾ ਰਚਿਆ ਹੋਇਆ ਰਚਨਾ ਹੈ। ਕ੍ਰਿਤਾ ਆਵਤ ਜਾਵਤ ਹੁਕਮ ਅਪਾਰ। ਜਦੋਂ ਸਰੀਰ ਪੁਰਾਣਾ ਹੋ ਜਾਂਦਾ, ਆਤਮਾ ਨਵਾਂ ਚੋਲਾ ਲੱਭਦੀ ਆ, ਨਵਾਂ ਕੱਪੜਾ ਲੱਭਦੀ ਆ। ਜਿਵੇਂ ਅਸੀਂ ਕਹਿੰਦੇ ਆ ਕੱਪੜੇ ਨੂੰ ਇੰਨਾ ਟਾਈਮ ਹੋ ਗਿਆ, ਹੁਣ ਇਹਨੂੰ ਛੱਡੀਏ, ਨਵਾਂ ਪਾਈਏ, ਕੋਈ ਨਵਾਂ ਬ੍ਰਾਂਡ ਲੈ ਕੇ ਆਈਏ। ਆਹ ਜੋੜੇ ਇੰਨਾ ਸਮਾਂ ਹੋ ਗਿਆ, ਨਵੇਂ ਲਿਆਈਏ। ਐਵੇਂ ਹੀ ਬਿਲਕੁਲ ਆਤਮਾ ਕਹਿੰਦੀ ਆ ਬੜਾ ਸਮਾਂ ਹੋ ਗਿਆ, ਆਹ ਕੱਪੜਾ ਪਾਉਂਦੀ ਨੂੰ ਹੁਣ ਨਵਾਂ ਲੱਭੀਏ। ਕੱਪੜੇ ਬਦਲਦੇ ਨੇ, ਰੂਪ ਬਦਲਦੇ ਨੇ, ਪਾਉਣ ਵਾਲਾ ਕਦੇ ਮਰਦਾ ਨਹੀਂ। ਇਹ ਕਹਿ ਰਹੇ ਨੇ ਨੈ ਕੋ ਮੂਆ ਨ ਮਰਣੈ ਜੋਗ, ਨੈ ਬਿਨ ਸੈਬ ਨਾਸੀ ਹੋਗ। ਜੋ ਇਉ ਜਾਣੋ ਸੋਏ ਨਾਹੀ। ਜਿਹੜਾ ਇਹ ਜਾਣ ਲੈਂਦਾ ਵੀ ਆਤਮਾ ਕਦੇ ਮਰਦੀ ਨਹੀਂ, ਨਾ ਤਾਂ ਉਹ ਮੌਤ ਤੋਂ ਡਰਦਾ, ਨਾ ਉਹ ਮਰਨ ਤੋਂ ਡਰਦਾ। ਜਾਣਨ ਹਾਰੇ ਕੋਬਲ ਜਾਓ, ਤਾਂ ਉਹ ਤੋਂ ਸਦਕੇ ਜਾਣੇ ਹਾਂ। ਜਿਹੜਾ ਇਹ ਗੱਲ ਜਾਣ ਗਿਆ ਵੀ ਆਤਮਾ ਕਦੇ ਮਰਦੀ ਨਹੀਂ, ਰੂਪ ਬਦਲਦੇ ਆ, ਕੱਪੜੇ ਬਦਲਦੇ ਨੇ, ਚੋੜੇ ਬਦਲਦੇ ਨੇ। ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਇਸ ਕਰਕੇ ਇਹ ਬੰਦੇ ਦੇ ਭਰਮ ਚੁੱਕ ਜਾਂਦੇ ਨੇ, ਫਿਰ ਉਹ ਵਾਰ-ਵਾਰ ਆਉਂਦਾ ਨਹੀਂ, ਵਾਰ-ਵਾਰ ਜਾਂਦਾ ਨਹੀਂ। ਜਿਹੜਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ। ਜਿਹੜਾ ਗੁਰੂ ਦੇ ਕੋਲ ਬਹਿ ਕੇ ਗੱਲਾਂ ਨੂੰ ਜਾਣ ਲੈਂਦਾ, ਸਮਝ ਲੈਂਦਾ, ਉਹਦਾ ਵਾਰ-ਵਾਰ ਆਉਣਾ ਨਹੀਂ ਹੁੰਦਾ, ਵਾਰ-ਵਾਰ ਜਾਣਾ ਨਹੀਂ ਹੁੰਦਾ। ਇਸ ਕਰਕੇ ਜਦੋਂ ਹੀ ਬੰਦੇ ਨੂੰ ਮੌਤ ਦਾ ਗਿਆਨ ਸਮਝ ਆਉਂਦਾ, ਇਹ ਸਾਰੀ ਸੂਝ-ਬੂਝ ਆ ਜਾਂਦੀ ਆ ਕਿ ਮੈਂ ਵੀ ਮੁੱਕ ਜਾਣਾ, ਮੈਂ ਵੀ ਚਲਿਆ ਜਾਣਾ। ਇਹ ਸਰੀਰ ਛੱਡ ਕੇ, ਇਹ ਘਰ ਛੱਡ ਕੇ ਹੋਰ ਕਿਤੇ ਜਾ ਕੇ ਰਹਿਣਾ।
ਤਾਂ ਉਹ ਮਹਿਮਾਨ ਸਮਝਦਾ ਆਪਦੇ ਆਪ ਨੂੰ। ਤੇ ਮਹਿਮਾਨ ਜਿਹੜੇ ਹੁੰਦੇ ਨੇ ਉਹ ਲੜਦੇ ਨਹੀਂ ਕਿਸੇ ਨਾਲ। 4 ਦਿਵਸ ਕੇ ਪ੍ਰਾਹੁਣੇ ਵੱਡ ਵੱਡ ਰੁੱਧੈ ਠਾਓ। 4 ਦਿਨਾਂ ਦੇ ਮਹਿਮਾਨ ਕਦੇ ਕਿਸੇ ਨਾਲ ਲੜਿਆ ਨਹੀਂ ਕਰਦੇ, ਹੰਕਾਰ ਨਹੀਂ ਕਰਦੇ। ਇਹ ਗੱਲਾਂ ਦਾ ਜਦੋਂ ਉਹਨੂੰ ਚਾਨਣ ਹੁੰਦਾ ਤਾਂ ਉਹਦੇ ਦਿਮਾਗ ਦੀ ਬੱਤੀ ਜਗਦੀ ਆ, ਉਹਦੇ ਢਿੱਡ 'ਚ ਚਾਨਣ ਹੁੰਦਾ। ਜਿਵੇਂ ਇੱਕ ਕਵੀ ਕਹਿੰਦਾ ਹੈ, ਬਹੁਤ ਚੀਜ਼ਾਂ ਨੇ ਜੋ ਅਸੀਂ ਚਾਨਣੇ ਵੀ ਪੜ੍ਹ ਨਹੀਂ ਸਕਦੇ। ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਚਾਨਣ 'ਚ ਵੀ ਪੜ੍ਹੀਆਂ ਨਹੀਂ ਜਾਂਦੀਆਂ। ਕਹਿੰਦੇ ਕਿਸਮਤਾਂ ਕਿੱਥੇ ਪੜ੍ਹ ਹੁੰਦੀਆਂ ਨੇ, ਮੱਥ ਹੈ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਈ। ਕਿਸਮਤਾਂ ਕਿੱਥੇ ਪੜ੍ਹ ਹੁੰਦੀਆਂ ਨੇ, ਪਰਮਾਤਮਾ ਸਾਡੇ ਮੱਥੇ ਤੇ ਲੇਖ ਲਿਖਦਾ ਹੈ। ਉਹ ਚਾਨਣੇ ਵੀ ਪੜ੍ਹ ਨਹੀਂ ਹੁੰਦੇ। ਕੋਈ ਕਦੇ ਹੁੰਦਾ ਵਿਰਲਾ ਬੁੱਧ ਵਰਗਾ, ਸਤਪੁਰਸ਼ ਵਰਗਾ, ਗੁਰੂਆਂ ਵਰਗਾ ਜਿਹੜਾ ਇਹਨਾਂ ਲੇਖਾਂ ਨੂੰ ਪੜ੍ਹਦਾ ਹੈ। ਉਹ ਤਾਂ ਉਹਨਾਂ ਦੇ ਸਿਰ 'ਚ ਬੱਤੀ ਜਗਦੀ ਆ, ਉਹਨਾਂ ਦੇ ਢਿੱਡ 'ਚ ਚਾਨਣ ਹੁੰਦਾ। ਇਸ ਕਰਕੇ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੇ ਸਿਰ ਵਿੱਚ ਬਲਬ ਜਗਦਾ ਹੈ ਗਿਆਨ ਦਾ, ਜਿਨ੍ਹਾਂ ਦੇ ਢਿੱਡ 'ਚ ਚਾਨਣ ਹੁੰਦਾ, ਉਹ ਪੜ੍ਹ ਸਕਦੇ ਨੇ ਲੇਖ। ਅਸੀਂ ਇੱਥੇ ਖੜੇ ਹਾਂ, ਕਿਆ ਜਾਣਾ ਕਿਵ ਮਰਹੈਂਗੇ, ਕੈਸਾ ਮਰਨਾ ਹੋਏ। ਕਹਿੰਦੇ ਇਹ ਤਾਂ ਨਹੀਂ ਪਤਾ ਕਦੋਂ ਕਿੱਥੇ ਕਿਵੇਂ ਮਰ ਜਾਣਾ, ਇੰਨਾ ਹੀ ਪਤਾ ਜੇਕਰ ਸਾਹਿਬ ਮਨੋ ਨਾ ਵਿਸਰੈ। ਜੇਕਰ ਸਾਹਿਬ ਮਨੋ ਨਾ ਵਿਸਰੇ, ਮਨ 'ਚ ਯਾਦ ਰਹੇ ਉਹਦੀ, ਤਾਂ ਸਹਿਲਾ ਮਰਨਾ ਹੋਏ। ਮਰਨਾ ਜਿਹੜਾ ਬੰਦੇ ਦਾ ਸੌਖਾ ਹੋ ਜਾਂਦਾ। ਭਾਵ ਕਿ ਆਤਮਾ ਤੇ ਜਿਹੜੀ ਸਰੀਰ ਹੈ ਇਹਦਾ ਵਿਛੋੜਾ, ਉਹਦੀ ਸਮਝ ਆ ਜਾਂਦੀ ਆ ਵੀ ਮੈਂ ਮਰਨਾ ਨਹੀਂ ਕਦੇ। ਮਰਨਾ ਤਾਂ ਸਹਿਜ ਹੋ ਜਾਂਦਾ ਵੀ ਆਤਮਾ ਹੋਰ ਸਰੀਰ ਲੱਭੂਗੀ, ਡਰਨ ਦੀ ਕੋਈ ਲੋੜ ਨਹੀਂ ਮੌਤ ਤੋਂ। ਇਸ ਕਰਕੇ ਸੂਰਬੀਰ ਮਰਨ ਤੋਂ ਪਹਿਲਾਂ ਮਰ ਜਾਂਦੇ ਨੇ। ਉਹਨਾਂ ਦੀਆਂ ਤਿਆਰੀਆਂ 'ਚ ਸਾਰੀਆਂ ਤਿਆਰੀਆਂ ਸ਼ਾਮਲ ਹੁੰਦੀਆਂ ਨੇ। ਕਿਹੜੀ ਤਿਆਰੀ? ਆਖਰੀ ਤਿਆਰੀ, ਮਰਨ ਦੀ ਤਿਆਰੀ। ਜਾਂ ਅਸੀਂ ਸਾਰੀਆਂ ਤਿਆਰੀਆਂ ਕਰਦੇ ਹਾਂ, ਪਰ ਇੱਕ ਤਿਆਰੀ ਆ ਸਾਡੀ ਰਹਿ ਰਹੀ ਆ ਕਿ ਉਹ ਜਿਹੜੀ ਅੰਤਮ ਤਿਆਰੀ ਆ ਉਹਦੇ ਲਈ ਅਸੀਂ ਤਿਆਰ ਨਹੀਂ, ਉਹਦੇ ਵਾਲੀ ਸਾਨੂੰ ਸਮਝ ਨਹੀਂ। ਇਸ ਕਰਕੇ ਅਸੀਂ ਹੰਕਾਰ ਕਰਦੇ ਹਾਂ, ਸਾਨੂੰ ਸਮਝ ਨਹੀਂ ਪੈਂਦੀ। ਵਾਰੀ ਗੁਰੂ ਸਾਹਿਬ ਦੱਸਦੇ ਰਹਿੰਦੇ ਨੇ, ਅਸੀਂ ਬਹੁਤ ਹੰਕਾਰ 'ਚ ਆ ਕੇ ਗੱਲਾਂ ਕਰ ਜਾਂਦੇ ਹਾਂ। ਇੱਕ ਦੂਜੇ ਨੂੰ ਕੁਝ ਕਹਿ ਜਾਂਦੇ ਹਾਂ, ਕੁਝ ਬੋਲ ਜਾਂਦੇ ਹਾਂ ਉੱਚਾ। ਇੱਕ ਦੂਜੇ ਨੂੰ ਸੁੱਟਣਾ ਚਾਹੁੰਦੇ ਹਾਂ, ਆਪ ਅੱਗੇ ਵਧਣਾ ਚਾਹੁੰਦੇ ਹਾਂ, ਉਹਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੁੰਦੇ। ਇਸ ਕਰਕੇ ਇਹ ਚੀਜ਼ਾਂ ਗੁਰੂ ਦੇ ਪਾਸ ਬਹਿ ਕੇ ਤੁਹਾਨੂੰ ਸਮਝ ਆਉਣਗੀਆਂ। ਜਿੱਦਾਂ ਇੱਕ ਛੋਟੀ ਜਿਹੀ ਕਹਾਣੀ ਆ, ਕਹਿ ਕੇ ਸਮਾਪਤੀ ਕਰਾਂ, ਬੜੀ ਪਿਆਰੀ ਆ। ਇੱਕ ਮਤਲਬ ਕਿ ਫਕੀਰ ਤਬੀਅਤ ਬੰਦਾ ਸੀ ਤੇ ਜਾ ਰਿਹਾ ਸੀ ਉਹ ਕਿਤੇ। ਇੱਕ ਰਾਜਾ ਸੀ ਬੜਾ ਹੰਕਾਰੀ, ਤੇ ਉਹ ਆਇਆ, ਉੱਥੋਂ ਲੰਘਿਆ। ਇਹ ਫਕੀਰ ਜਿਹੜਾ ਸੀ ਜਾ ਰਿਹਾ ਸੀ, ਇਹਨੂੰ ਆਖਿਆ ਪਾਸੇ ਹੋ ਜਾ, ਤੂੰ ਮੈਨੂੰ ਜਾਣਦਾ ਨਹੀਂ ਮੈਂ ਕੌਣ ਹਾਂ। ਇਹਨੇ ਰਾਜੇ ਨੇ ਆਖਿਆ ਤੂੰ ਵਿਚਾਲੇ ਤੁਰ ਰਿਹਾ, ਮੈਂ ਇੱਥੋਂ ਲੰਘਣਾ, ਤੂੰ ਮੈਨੂੰ ਜਾਣਦਾ ਨਹੀਂ ਕੌਣ ਆ। ਫਕੀਰ ਚੁੱਪਚਾਪ ਪਾਸੇ ਹੋ ਗਿਆ, ਬੋਲਿਆ ਨਹੀਂ। ਸਮਾਂ ਬੀਤਿਆ, ਉਹ ਰਾਜਾ ਮਰ ਗਿਆ। ਮੁਸਲਮਾਨ ਸੀ ਤੇ ਕਬਰ 'ਚ ਜਾ ਕੇ ਦੱਬ ਦਿੱਤਾ ਉਹਨੂੰ ਉਹਦੇ ਸਾਥੀਆਂ ਨੇ। ਇਹ ਆਇਆ ਫਕੀਰ, ਕਬਰ ਖੋਦੀ ਤੇ ਉਹਨੂੰ ਉੱਚੀ ਪੁੱਛਣ ਲੱਗਾ, ਤੂੰ ਕੌਣ ਹੈ, ਕੌਣ ਹੈ? ਲੋਕਾਂ ਨੇ ਵੇਖਿਆ ਲੰਘਦਿਆਂ ਨੇ, ਕਹਿੰਦੇ ਫਕੀਰ ਇਹ ਤੂੰ ਕੀ ਕਰ ਰਿਹਾ, ਪਾਗਲ ਹੋ ਗਿਆ, ਤਵਾਜ਼ਨ ਖੋ ਗਿਆ ਲੱਗਦਾ ਤੇਰਾ, ਕੀ ਕਰ ਰਿਹਾ, ਝੱਲਾ ਹੋ ਗਿਆ? ਕਹਿੰਦੇ ਨਹੀਂ, ਇੱਕ ਦਿਨ ਇਹਨੇ ਮੈਨੂੰ ਦੱਸਣਾ ਚਾਹਿਆ ਸੀ ਮੈਂ ਕੌਣ ਹਾਂ, ਅੱਜ ਮੈਂ ਤੋਂ ਉੱਚੀ ਪੁੱਛ ਰਿਹਾ ਹਲੂਣ ਕੇ ਕਿ ਕੌਣ ਆ ਤੂੰ, ਦੱਸ। ਅੱਜ ਇਹ ਦੱਸ ਨਹੀਂ ਰਿਹਾ। ਉਦੋਂ ਇਹ ਦੱਸਣਾ ਚਾਹੁੰਦਾ ਸੀ, ਮੈਂ ਜਾਣਨਾ ਨਹੀਂ ਸੀ ਚਾਹੁੰਦਾ ਇਹ ਕੌਣ ਆ। ਅੱਜ ਮੈਂ ਜਾਣਨਾ ਚਾਹੁੰਦਾ ਇਹ ਕੌਣ ਆ, ਤੂੰ ਦੱਸ ਮੈਨੂੰ। ਤੂੰ ਕਹਿੰਦਾ ਸੀ, ਅੱਜ ਇਹ ਬੋਲ ਨਹੀਂ ਰਿਹਾ। ਇੰਨੀ ਕੁ ਕਹਾਣੀ ਹੈ ਬੰਦੇ ਦੀ। ਇਸ ਕਰਕੇ ਧਰਮ ਰਾਏ ਨੇ ਜਦੋਂ ਜਮਦੂਤ ਘੱਲੇ, ਤੁਰਦੀ ਚਿੱਠੀ ਫੜਾਉਣਗੇ ਆਣ ਬੰਦੇ। ਆ ਖਾਲੀ ਪਿੰਜਰਾ ਖੜਕਦਾ ਰਹਿ ਜਾਣਾ, ਲਾ ਜਾਊਗਾ ਪੌਰ ਉਡਾਣ ਬੰਦੇ। ਤੇਰੀ ਸਾਂਝ ਪਰਿਵਾਰ ਨਾਲੋਂ ਮੁੱਕ ਜਾਣੀ, ਵਿੱਚ ਰਹੇ ਨਾ ਜਦੋਂ ਪ੍ਰਾਣ ਬੰਦੇ। ਸਾਰੇ ਤੱਕਣਗੇ ਤੈਨੂੰ, ਤੂੰ ਤੱਕਣਾ ਨਹੀਂ, ਪਿਆ ਹੋਏਗਾ ਲੰਮੀਆਂ ਤਾਣ ਬੰਦੇ। ਭਾਈਚਾਰੇ ਨੇ ਕਰਵਾ ਦੇਣਾ ਜਾਂਦੀ ਵਾਰ ਦਾ ਤੈਨੂੰ ਇਸ਼ਨਾਨ ਬੰਦੇ। ਤੇਰੀ ਅਰਥੀ ਨੂੰ ਆਪਣੇ ਲਾ ਮੋਢੇ,
ਤੈਨੂੰ ਵੱਲ ਸ਼ਮਸ਼ਾਨ ਲੈ ਜਾਣ ਬੰਦੇ, ਤੇਰੇ ਨਾਲ ਸੀ ਜਿਨ੍ਹਾਂ ਦਾ ਰੋਸ ਭਾਵੇਂ ਅਜੱਥਰੂ ਕੇਰਦੇ ਜਾਣ ਬੰਦੇ। ਨਹੀਂ ਰਬਾਬੀਆ ਪਰਤ ਕੇ ਫੇਰ ਆਉਣਾ, ਛੱਡ ਜਾਏਗਾ ਜਗ ਜਹਾਨ ਬੰਦੇ, ਛੱਡ ਜਾਏਗਾ ਜਗ ਜਹਾਨ ਬੰਦੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਨਿਮਰਤਾ ਲਿਆਓ ਆਪਦੇ ਦਿਲਾਂ 'ਚ, ਸਿਰ ਦੀ ਬੱਤੀ ਜਗਾਓ ਬਾਣੀ ਨੂੰ ਸਮਝ ਕੇ, ਢਿੱਡ ਵਿੱਚ ਚਾਨਣ ਕਰੋ ਆਪਣੇ ਗੁਰੂ ਨਾਲ ਪਿਆਰ ਕਰਕੇ, ਫਿਰ ਜ਼ਿੰਦਗੀ ਨਿਆਰੀ ਹੁੰਦੀ ਆ। ਗੁਰੂ ਮਹਾਰਾਜ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਜੀ ਦੀ ਜਿਹੜੀ ਸ਼ਾਨ ਆ ਬਹੁਤ ਹੀ ਉੱਚੀ ਆ ਤੇ ਬਹੁਤ ਹੀ ਸੁੱਚੀ ਆ। ਬੋਲਦਿਆਂ ਇੱਕ ਹੀ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਪਿਆਰੀ ਸੰਗਤ ਤੇ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਓ ਹੁਣ ਆਪਾਂ ਪਿਆਰ ਸਹਿਤ ਉਸ ਖੁਦਾ ਦਾ ਨਾਮ ਜਪੀਏ, ਉਸ ਵਾਹਿਗੁਰੂ ਨੂੰ ਚੇਤੇ ਕਰੀਏ, ਸਾਡੇ ਦਿਮਾਗ ਦੀ ਬੱਤੀ ਜਗੇ, ਸਾਡੇ ਢਿੱਡ ਵਿੱਚ ਚਾਨਣ ਹੋਵੇ, ਅਸੀਂ ਵੀ ਆਪਦੀ ਜ਼ਿੰਦਗੀ ਨੂੰ ਸਵਾਰ ਕੇ ਉਸ ਮਾਲਕ ਦੇ ਦਰ ਤੇ ਪਹੁੰਚੀਏ। ਸੋ ਆਓ ਪਿਆਰ ਸਹਿਤ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ ਨੂੰ ਜਪਣਾ ਕਰੀਏ ਜੀ। ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ